ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝਹੁ, ਕਿਆ ਕਰੇ ਵਿਚਾਰੀਆ। ਸਾਚੀ ਲਿਵੈ ਬਿਨ, ਇੱਥੇ ਵਿਸ਼ਰਾਮ ਲੱਗੇਗਾ। ਦੇਹ ਨਿਮਾਣੀ, ਨਿਮਾਣੀ ਲਾਸਟ ਵਿੱਚ ਨਾਣਾ ਹੈ, ਨੰਨਾ ਨਹੀਂ ਲਾਉਣਾ, ਨਿਮਾਨੀ ਨਹੀਂ ਕਹਿਣਾ, ਨਿਮਾਣੀ। ਇਸੇ ਤਰ੍ਹਾਂ ਅੱਗੇ ਦੇਹ ਨਿਮਾਣੀ ਲਿਵੈ ਬਾਝਹੁ, ਬਾਝਹੁ ਝੱਜਾ ਲਾ ਕੇ ਹਾਹੇ ਨੂੰ ਔਂਕੜ, ਬਾਝੋ ਨਹੀਂ ਕਹਿਣਾ, ਬਾਝਹੁ, ਬਾਝਹੁ ਕਿਆ ਕਰੇ ਵਿਚਾਰੀਆ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਬਨਵਾਰੀਆਂ ਨਹੀਂ ਕਹਿਣਾ, ਬਨਵਾਰੀਆ ਕਹਿਣਾ ਹੈ। ਏਸ ਨਉ ਹੋਰ ਥਾਉ ਨਾਹੀ, ਨਾ ਥਾਉ ਲੰਬਾ ਨਹੀਂ ਕਰਨਾ, ਥਾਉ ਥੱਥੇ ਨੂੰ ਕਰਨਾ ਊੜੇ ਔਂਕੜ, ਥਾਉ। ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਸ਼ਬਦ ਉਚਾਰਨ ਕਰਨਾ ਹੈ, ਸ਼ਬਦ ਨਹੀਂ ਕਰਨਾ। ਕਹਿ ਨਾਨਕ ਲਿਵੈ ਬਾਝਹੁ, ਕਿਆ ਕਰੇ ਵਿਚਾਰੀਆ। ਜੇ ਪਾਠ ਬਾਝਹੁ ਕਹਾਂਗੇ ਤਾਂ ਝੱਜੇ ਦੀ ਜਗ੍ਹਾ 'ਤੇ ਜੱਜਾ ਲੱਗੇਗਾ। ਇਸ ਲਈ ਇਹ ਵੀ ਧਿਆਨ ਰਹੇ ਕਿ ਝੱਜਾ ਲਾਉਣਾ ਹੈ ਬਾਝਹੁ, ਅਤੇ ਝੱਜੇ ਨੂੰ ਲਾਉਂਦਿਆਂ ਕਿਤੇ ਹਾਹੇ ਨੂੰ ਹੋੜਾ ਨਾ ਲਾ ਦਿਓ, ਇਹ ਵੀ ਧਿਆਨ ਰੱਖਣਾ ਹੈ। ਬਾਝਹੁ ਹਾਹੇ ਨੂੰ ਔਂਕੜ ਰੋਕ ਦੇਣਾ ਹੈ, ਬਾਝਹੁ ਨਹੀਂ ਕਹਿਣਾ। ਜੇ ਬਾਝਹੁ ਕਹਾਂਗੇ ਤਾਂ ਹਾਹੇ ਨੂੰ ਹੋੜਾ ਲੱਗੇਗਾ, ਇਸ ਲਈ ਧਿਆਨ ਰੱਖਣਾ। ਕਹਿ ਨਾਨਕ ਲਿਵੈ ਬਾਝਹੁ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਐੜੇ ਨੂੰ ਕੰਨਾ ਲਾ ਕੇ ਹੈ, ਨੰਨੇ ਤੇ ਟਿੱਪੀ ਹੈ ਤੇ ਦੱਦੇ ਨੂੰ ਔਂਕੜ। ਆਨੰਦ ਸਭ ਕੋ ਕਹੈ, ਸਭ ਥੋੜ੍ਹਾ ਜਿਹਾ ਭੱਬੇ ਨੂੰ ਪਾਰਾ ਕਰਕੇ, ਜੇ ਪੋਲਾ ਬੋਲਾਂਗੇ ਤਾਂ ਬੱਬਾ ਬੋਲਿਆ ਜਾਵੇਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰ ਨਹੀਂ ਕਹਿਣਾ, ਗੁਰੂ ਹੈ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰਹੁ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਅੰਦਰਹੁ, ਅੰਦਰਹੁ ਬਹੁਤ ਧਿਆਨ ਦੇ ਨਾਲ ਇਹ ਪਾਠ ਕਰਨਾ ਹੈ। ਅੰਦਰੋਂ ਨਹੀਂ ਕਹਿਣਾ, ਜੇ ਅੰਦਰੋਂ ਕਹਾਂਗੇ ਹਾਹੇ ਦਾ ਉਚਾਰਨ ਨਹੀਂ ਹੋਵੇਗਾ, ਰਾਰੇ ਨੂੰ ਹੋੜਾ ਲੱਗ ਜਾਏਗਾ, ਇਸ ਲਈ ਧਿਆਨ ਰੱਖਣਾ ਹੈ। ਅੰਦਰਹੁ, ਅੰਦਰਹੁ ਜਿਨ ਕਾ ਮੋਹ, ਮੰਮੇ ਨੂੰ ਹੋੜਾ, ਹਾਹੇ ਨੂੰ ਔਂਕੜ ਹੈ। ਮੋਹ ਨਹੀਂ ਕਹਿਣਾ, ਜੇ ਮੋਹ ਕਹਾਂਗੇ ਤਾਂ ਹਾਹੇ ਨੂੰ ਵੀ ਹੋੜਾ ਲੱਗ ਜਾਏਗਾ। ਅੰਦਰਹੁ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਪਹਿਲਾ ਪਾਠ ਆਨੰਦ ਹੈ, ਐੜੇ ਨੂੰ ਕੰਨਾ ਨਹੀਂ ਲੱਗਾ। ਅਗਲਾ ਪਾਠ ਆਨੰਦ ਹੈ, ਇਸ ਲਈ ਧਿਆਨ ਰੱਖਣਾ ਹੈ, ਰਲ ਗੱਡ ਨਾ ਹੋਵੇ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ, ਸੋਈ ਜਨ ਪਾਵੈ, ਪਾਵੈ ਤਾ ਸੋ ਜਨ ਦੇਹ ਜਿਸਨੋ, ਹੋਰ ਕਿਆ ਕਰਹਿ ਵਿਚਾਰਿਆ। ਧਿਆਨ ਰੱਖਣਾ, ਪਾਵੈ ਤਾਂ ਤੱਤੇ ਨੂੰ ਕੋਈ ਮਾਤਰਾ ਨਹੀਂ ਲੱਗੀ, ਮੁਕਤਾ ਹੈ। ਪਾਵੈ ਤਾਂ ਸੋ ਜਨ, ਸੋ ਲੰਬਾ ਕਰਨਾ ਹੈ। ਦੇਹ ਦੱਦੇ ਨੂੰ ਲਾ ਲੰਬੀ, ਹਾਹੇ ਨੂੰ ਸਿਹਾਰੀ ਛੋਟੀ। ਦੇਹ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਵਿਚਾਰੀਆ ਨਹੀਂ ਕਹਿਣਾ, ਵਿਚਾਰਿਆ।
ਇੱਕ ਭਰਮ ਭੂਲੇ ਫਿਰਹਿ ਦਹਿ ਦਿਸ। ਫਿਰਹਿ ਹਾਹੇ ਨੂੰ ਸਿਆਰੀ ਹੈ, ਫਿਰ ਹੈ ਨਹੀਂ ਕਹਿਣਾ, ਫਿਰ ਹਾਹੇ ਤੇ ਦੁਲਾਵਾਂ ਲੱਗ ਜਾਣਗੀਆਂ, ਇਹ ਧਿਆਨ ਵਿੱਚ ਰੱਖਣਾ। ਇੱਕ ਭਰਮ ਭੂਲੇ ਫਿਰਹਿ ਦਹਿ ਦਿਸ। ਇੱਕ ਨਾਮ ਲਾਗ ਸਵਾਰਿਆ, ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਜਿਨ੍ਹਾਂ ਭਾਣਾ ਭਾਵੇ। ਭਇਆ ਸ਼ਬਦ ਆਇਆ। ਬਹੁਤੇ ਗੁਰਮੁਖ ਈੜੀ ਸਿਹਾਰੀ ਦਾ ਉਚਾਰਨ ਜਿਹੜਾ ਉਹ ਨਹੀਂ ਕਰ ਸਕਦੇ, ਉਹ ਫਿਰ ਭਿਆ ਪੜ੍ਹ ਜਾਂਦੇ ਨੇ ਭੱਬੇ ਤੇ ਦੁਲਾਵਾਂ ਲਾ ਕੇ, ਜੋ ਉਚਾਰਨ ਸਹੀ ਨਹੀਂ ਹੈ। ਇਸ ਕਰਕੇ ਉਚਾਰਨ ਕਰਨਾ ਹੈ ਭਇਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਜਿਨ੍ਹਾਂ ਭਾਣਾ ਭਾਵੇ, ਇਹਨੂੰ ਜਿਨ੍ਹਾਂ ਪੜ੍ਹਨਾ ਹੈ। ਜਿਨ੍ਹਾਂ ਪੜ੍ਹਾਂਗੇ ਤਾਂ ਜੱਜੇ ਤੇ ਟਿੱਪੀ ਲੱਗੇਗੀ, ਜੇ ਜਿਨ੍ਹਾਂ ਪੜ੍ਹਾਂਗੇ ਤਾਂ ਨੰਨੇ ਦੇ ਪੈਰ ਵਿੱਚ ਉਦਾਤ ਲੱਗੇਗੀ। 3 ਤਰ੍ਹਾਂ ਦੇ ਇਹ ਪਾਠ ਇਸ ਤਰ੍ਹਾਂ ਹੁੰਦੇ ਨੇ। ਇੱਥੇ ਆਪਾਂ ਪੋਲਾ ਪੜ੍ਹਨਾ ਹੈ ਜਿਨ੍ਹਾਂ ਭਾਣਾ ਭਾਵੇ। ਜੇ ਜਿੰਨਾ ਕਹਾਂਗੇ ਜੱਜੇ ਤੇ ਟਿੱਪੀ ਲੱਗੇਗੀ, ਜਿਨ੍ਹਾਂ ਨੰਨੇ ਨੂੰ ਭਾਰਾ ਕਰਾਂਗੇ ਤਾਂ ਨੰਨੇ ਦੇ ਪੈਰ ਵਿੱਚ ਉਦਾਤ ਲੱਗੇਗੀ। ਜੋ ਪੈਰ ਦੇ ਵਿੱਚ ਇੱਕ ਛੋਟੀ ਜਿਹੀ ਲਕੀਰ ਹੁੰਦੀ ਹੈ, ਥੋੜ੍ਹੀ ਟੇਢੀ ਹੁੰਦੀ ਹੈ, ਉਹ ਉਦਾਤ ਹੁੰਦੀ ਹੈ। ਇੱਕ ਥੱਲੇ ਨੂੰ ਸਿੱਧੀ ਹੁੰਦੀ ਹੈ, ਉਹਨੂੰ ਹਲੰਤ ਕਹਿੰਦੇ ਹਨ। ਇਹ 2 ਤਰ੍ਹਾਂ ਦੇ ਇਹ ਵੀ ਭੇਦ ਹਨ। ਜਿਨ੍ਹਾਂ ਭਾਣਾ ਭਾਵੇ, ਭਾਵੇ ਇਹਨੂੰ ਭਾਵੇ ਨਹੀਂ ਕਹਿਣਾ। ਜਿੰਨਾ ਸਮਾਂ ਸਾਡਾ ਅਭਿਆਸ ਨਹੀਂ ਹੁੰਦਾ, ਅਸੀਂ ਸਿੱਖਦੇ ਨਹੀਂ, ਤਾਂ ਅਸੀਂ ਉਹਨੂੰ ਭਾਵੇ ਹੀ ਪੜ੍ਹਦੇ ਹਾਂ। ਪਰ ਜਿਵੇਂ ਜਿਵੇਂ ਅਸੀਂ ਅਭਿਆਸ ਕਰਦੇ ਹਾਂ ਤਾਂ ਇਹ ਪਾਠ ਸਾਡਾ ਸੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਫਿਰ ਅਸੀਂ ਇਹਨੂੰ ਪੜ੍ਹਾਂਗੇ ਭਾਵੇ। ਇਸ ਲਈ ਇਹ ਧਿਆਨ ਰੱਖਣਾ। ਕਹੈ ਨਾਨਕ ਜਿਸ ਦੇਹ ਪਿਆਰੇ। ਸੋਈ ਜਨ ਪਾਵੇ। ਆਵਹੋ ਸੰਤ ਪਿਆਰੇ ਹੋ। ਅਕਥ ਕੀ ਕਰਹਿ ਕਹਾਣੀ। ਆਵਹੋ ਇੰਨਾ ਕੀ, ਜ਼ਿਆਦਾ ਨਹੀਂ ਲਾਉਣਾ, ਫਿਰ ਹੋੜਾ ਬਣ ਜਾਏਗਾ। ਆਵਹੋ ਸੰਤ ਪਿਆਰੇ ਹੋ, ਇੱਥੇ ਹੋੜਾ ਲੱਗਾ ਹੈ, ਲੰਬਾ ਰੱਖਣਾ ਹੈ। ਪਿਆਰੇ ਹੋ, ਉਹ ਨਹੀਂ ਕਹਿਣਾ। ਜੇ ਪਿਆਰਿਓ ਕਵਾਂਗੇ ਤਾਂ ਊੜੇ ਨੂੰ ਹੋੜਾ ਲੱਗੇਗਾ, ਹਾਹੇ ਦੀ ਆਵਾਜ਼ ਨਹੀਂ ਨਿਕਲੇਗੀ, ਧਿਆਨ ਰੱਖਣਾ ਹੈ। ਪਿਆਰੇ ਹੋ। ਆਵਹੋ ਸੰਤ ਪਿਆਰੇ ਹੋ। ਅਕਥ ਕੀ ਕਰਹਿ ਕਹਾਣੀ। ਕਈ ਵਾਰ ਕਈ ਗੁਰਮੁਖਾਂ ਨੇ ਇਹ ਸਵਾਲ ਕੀਤਾ ਹੈ ਕਿ ਜਿੱਥੇ ਹਾਹਾ ਮੁਕਤਾ ਹੈ ਅਖੀਰ ਦੇ ਵਿੱਚ, ਕਈ ਵਾਰ ਉਹਨੂੰ ਆਪਾਂ ਸਿਹਾਰੀ ਦੇ ਵਾਂਗ ਪੜ੍ਹ ਜਾਂਦੇ ਹਾਂ। ਜਿਵੇਂ ਇੱਥੇ ਵੀ ਆਪਾਂ ਪੜ੍ਹਿਆ ਅਕਥ ਕੀ ਕਰਹਿ ਕਹਾਣੀ, ਇਹਨੂੰ ਆਪਾਂ ਮੁਕਤਾ ਵੀ ਪੜ੍ਹ ਸਕਦੇ ਹਾਂ। ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਇਸ ਤਰ੍ਹਾਂ ਵੀ ਉਚਾਰਨ ਕੀਤਾ ਜਾ ਸਕਦਾ ਹੈ, ਸਹੀ ਹੈ। ਪਰ ਜੋ ਮਹਾਂਪੁਰਖਾਂ ਨੇ ਇਸ ਦਾ ਉਚਾਰਨ ਸੇਧ ਸਾਨੂੰ ਦਿੱਤੀ ਹੈ, ਉਹ ਅੱਧੀ ਸਿਹਾਰੀ ਲਾ ਕੇ ਆਪਾਂ ਹਾਹੇ ਮੁਕਤੇ ਨੂੰ ਅਖੀਰ ਵਿੱਚ ਆਏ ਨੂੰ ਪੜ੍ਹ ਸਕਦੇ ਹਾਂ। ਉਚਾਰਨ ਵਿਧੀ ਹੈ ਇਸ ਦੀ। ਜੇਕਰ ਕਿਸੇ ਨੂੰ ਸ਼ੁੱਧ ਸਾਰੇ ਅੱਖਰ ਜਿਸ ਤਰ੍ਹਾਂ ਮੁਕਤੇ ਲਿਖੇ ਹੋਏ ਆ ਨਹੀਂ ਪੜ੍ਹਨੇ ਆਉਂਦੇ, ਤਾਂ ਅੱਧੀ ਸਿਹਾਰੀ ਲਾ ਕੇ ਵੀ ਆਪਾਂ ਇਹਦਾ ਉਚਾਰਨ ਕਰ ਸਕਦੇ ਹਾਂ। ਕਰਹਿ ਇੰਨਾ ਕੁ। ਅਕਥ ਕੀ ਕਰਹਿ ਕਹਾਣੀ। ਅਕਥ ਕੇਰੀ। ਅਕਥ ਨਹੀਂ ਕਹਿਣਾ, ਇਸ ਵਿੱਚ ਐੜਾ ਅਗੇਤਰ ਹੈ। ਉੱਪਰਲੀ ਪੰਕਤੀ ਵਿੱਚ ਵੀ ਐੜਾ ਅਗੇਤਰ ਹੈ ਅਕਥ, ਅਤੇ ਇੱਥੇ ਵੀ ਐੜਾ ਅਗੇਤਰ ਹੈ। ਜੇ ਅਗੇਤਰ ਨਹੀਂ ਲਾਵਾਂਗੇ ਤਾਂ ਇਹ ਪਾਠ ਬਣੇਗਾ ਅਕਥ, ਜੋ ਕਿ ਉਚਾਰਨ ਸਹੀ ਨਹੀਂ ਹੋਏਗਾ। ਇਸ ਲਈ ਇਹ ਅਗੇਤਰ ਲਾ ਕੇ ਪਾਠ ਕਰਨਾ ਹੈ। ਕਰਹਿ ਕਹਾਣੀ ਅਕਥ ਕੇਰੀ। ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ। ਹੁਕਮ ਮੰਨਿਐ ਪਾਈਐ। ਪਾਠ ਆਇਆ ਕਉ, ਕੱਕੇ ਤੇ ਊੜੇ ਨੂੰ ਔਂਕੜ। ਪਰ ਜਿੰਨਾ ਸਮਾਂ ਅਸੀਂ ਧਿਆਨ ਨਾਲ ਨਹੀਂ ਪੜ੍ਹਦੇ ਤਾਂ ਕਈ ਵਾਰ ਇਹ ਪਾਠ ਨੂੰ ਅਸੀਂ ਕੌ ਵੀ ਪੜ੍ਹ ਜਾਂਦੇ ਹਾਂ। ਕੌ, ਕੱਕੇ ਨੂੰ ਕਨੌੜਾ ਲਾ ਕੇ। ਇਹ ਧਿਆਨ ਰੱਖਣਾ, ਇਹ ਰਲ ਗੱਡ ਨਾ ਹੋਵੇ। ਕਉ। ਹੁਕਮ ਮੰਨਿਆ, ਮੰਮੇ ਨੂੰ ਟਿੱਪੀ ਲੱਗੀ ਹੋਈ ਹੈ, ਪੋਲਾ ਨਹੀਂ, ਥੋੜ੍ਹਾ ਕੱਸ ਕੇ ਕਰਨਾ ਹੈ। ਹੁਕਮ ਮੰਨਿਆ ਪਾਈਐ। ਅਸੀਂ ਜਦੋਂ ਬਾਣੀ ਪੜ੍ਹਦੇ ਹਾਂ
ਤਾਂ ਸਾਨੂੰ ਐਂ ਲੱਗਦਾ ਹੈ ਕਿ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਬਾਣੀ ਬੜੀ ਹੀ ਸੌਖੀ ਹੈ, ਬਹੁਤ ਆਸਾਨੀ ਦੇ ਨਾਲ ਅਸੀਂ ਪਾਠ ਕਰ ਲੈਂਦੇ ਹਾਂ। ਪਰ ਜਿੰਨੀਆਂ ਅਲੱਗ ਮਾਤਰਾਂ ਦੀ ਵਰਤੋਂ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਦੀ ਬਾਣੀ ਵਿੱਚ ਹੋਈ ਹੈ, ਇਸ ਦੇ ਮੁਕਾਬਲੇ ਜਾਪ ਸਾਹਿਬ ਤੋਂ ਪ੍ਰਸਾਦ ਸਵਈਏ ਅਤੇ ਚੌਪਈ ਸਾਹਿਬ ਦੇ ਵਿੱਚ ਵੀ ਇੰਨੀ ਜਿਹੜੀ ਹੈ ਅਲੱਗ ਮਾਤਰਾ ਦੀ ਵਰਤੋਂ ਨਹੀਂ ਹੋਈ। ਇਸ ਕਰਕੇ ਬਾਣੀ ਆਸਾਨ ਨਹੀਂ। ਆਨੰਦ ਸਾਹਿਬ ਅਤੇ ਜਪਜੀ ਸਾਹਿਬ ਦੀ ਮਹਿੰਗੀ ਬਾਣੀ ਹੈ, ਬਹੁਤ ਧਿਆਨ ਦੇ ਨਾਲ। ਹਾਂ, ਪੜ੍ਹਨ ਸ਼ੈਲੀ ਬੜੀ ਸੌਖੀ ਹੈ। ਦੂਸਰਾ, ਲਗਾਤਾਰ ਨਿੱਕੇ ਹੁੰਦਿਆਂ ਤੋਂ ਇਹ ਬਾਣੀ ਸੁਣਦੇ ਆ ਰਹੇ ਹਾਂ, ਕਿਉਂਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਉਹ ਵੀ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ। ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਵੇਖਣ ਸੁਣਨ ਵਿੱਚ ਆਉਂਦਾ ਹੈ, ਅਤੇ ਉਹ ਵੀ ਸਾਡੇ ਦੇ ਉੱਪਰ ਪ੍ਰਭਾਵ ਪਾਉਂਦਾ ਹੈ, ਕਿਉਂਕਿ ਜੋ ਬਾਣੀ ਅਸੀਂ ਰੋਜ਼ਾਨਾ ਸੁਣਦੇ ਹਾਂ ਸਾਡੇ ਕੰਨਾਂ ਰਾਹੀਂ ਸਾਡੇ ਮਸਤਿਸ਼ਕ ਤੱਕ ਜਾਂਦੀ ਹੈ, ਅਤੇ ਉਹ ਸਹਿਜ ਰੂਪ ਦੇ ਵਿੱਚ ਬਾਣੀ ਸਾਨੂੰ ਸਾਡੀ ਰਸਨਾ 'ਤੇ ਆ ਜਾਂਦੀ ਹੈ, ਸਾਨੂੰ ਬਾਣੀ ਯਾਦ ਵੀ ਹੋ ਜਾਂਦੀ ਹੈ। ਪਰ ਜੇ ਗੁਰੂ ਘਰ ਦਾ ਗ੍ਰੰਥੀ ਹੀ ਸਾਡਾ ਬਾਣੀ ਗਲਤ ਪੜ੍ਹੇ ਅਤੇ ਸਾਡੇ ਬੱਚਿਆਂ ਦੇ ਸਾਡੇ ਕੰਨੀ ਉਹ ਆਵਾਜ਼ ਪਵੇਗੀ ਤਾਂ ਉਹ ਆਪਾਂ ਗਲਤ ਹੀ ਸਿੱਖ ਰਹੇ ਹੁੰਦੇ ਹਾਂ। ਸੋ ਇਸ ਲਈ ਸ਼ੁੱਧ ਬਾਣੀ, ਖਾਸ ਕਰਕੇ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਜਿਹੜੀ ਹੈ ਉਹ ਸ਼ੁੱਧ ਪੜ੍ਹੀ ਜਾਵੇ, ਕਿਉਂਕਿ ਬਹੁਤਿਆਂ ਨੇ ਸੁਣਨਾ ਹੁੰਦਾ, ਉਹਨਾਂ ਨੂੰ ਬੱਚਿਆਂ ਨੇ ਸੁਣਨਾ ਹੁੰਦਾ ਹੈ। ਬੱਚਿਆਂ ਦਾ ਮਾਈਂਡ ਬੜਾ ਕੌਨਸ਼ੀਅਸ ਹੁੰਦਾ ਹੈ, ਜੋ ਉਹਨਾਂ ਦੇ ਦਿਮਾਗ ਵਿੱਚ ਆਪਾਂ ਪਾ ਦਿੰਦੇ ਹਾਂ ਉਹ ਉੱਥੇ ਪੱਕੇ ਹੋ ਜਾਂਦੇ ਨੇ। ਸੋ ਇਹ ਧਿਆਨ ਰੱਖਣਾ ਹੈ। ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ। ਮੰਨਿਓ ਟਿੱਪੀ ਲਾ ਕੇ ਹਾਹੇ ਨੂੰ ਔਂਕੜ, ਹੋੜਾ ਨਹੀਂ ਲਾਉਣਾ। ਮੰਨਿਓ ਗੁਰੂ ਕੇਰਾ, ਗਾਵਹੋ ਸੱਚੀ ਬਾਣੀ। ਕਹਿ ਨਾਨਕ ਸੁਣਹੁ ਸੰਤਹੁ, ਕਥਿਓ ਅਕਥ ਕਹਾਣੀ। ਕਥਿਓ ਅਕਥ ਕਹਾਣੀ, ਇਸ ਪੰਕਤੀ ਦੇ ਵਿੱਚ ਕਈ ਵਾਰ ਸੰਥਿਆ ਕਰਦੇ ਵਿਦਿਆਰਥੀ ਗੁਰਮੁਖ ਜਨ ਥੋੜ੍ਹਾ ਜਿਹਾ ਉਲਝੇਵੇਂ ਵਿੱਚ ਆ ਜਾਂਦੇ ਹਨ। ਧਿਆਨ ਰੱਖਣਾ, ਮੈਂ ਦੁਬਾਰਾ ਪੜ੍ਹਦਾ ਹਾਂ। ਕਹਿ ਨਾਨਕ ਸੁਣਹੁ ਸੰਤਹੁ, ਕਥਿਓ, ਕਥਿਓ ਥੱਥੇ ਨੂੰ ਸਿਹਾਰੀ ਲਾਉਣੀ ਹੈ, ਹਾਹੇ ਨੂੰ ਔਂਕੜ ਹੈ। ਕਥਿਓ ਅਕਥ ਐੜਾ ਅਗੇਤਰ, ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਹੀਂ ਕਹਿਣਾ, ਚਤੁਰਾਈ ਥੋੜ੍ਹੀ ਜਿਹੀ ਔਂਕੜ ਲਾ ਕੇ। ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ। ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ। ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ। ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ। ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ। ਚਤੁਰਾਈ ਕਿਨੈ ਨਾ ਪਾਇਆ, ਕਹਿ ਨਾਨਕ ਮਨ ਚੰਚਲ। ਚਤੁਰਾਈ ਕਿਨੈ ਨਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।